Hello everyone, I hope you all are fine. And today we are going to start class 6, subject English, chapter number 4, The Old Clock Shop. Very interesting story. So let's begin. Christmas Eve has arrived. Christmas Eve मतलब कि क्रिसमस तो ਪਹਿਲਾਂ ਦੀ ਸ਼ਾਮ, ਠੀਕ ਹੈ। ਕ੍ਰਿਸਮਸ ਰਾਤ ਨੂੰ ਮਨਾਉਂਦੇ ਨੇਗੇ ਲੋਕੀ, ਉਹ ਤੋਂ ਪਹਿਲਾਂ ਦੀ ਜਿਹੜੀ ਸ਼ਾਮ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਹੈ ਕ੍ਰਿਸਮਸ ਈਵ, ਠੀਕ ਹੈ। ਇੱਕ ਓਲਡ ਕਲੌਕ ਸ਼ਾਪ ਹੈ ਅਤੇ ਰਾਤ ਹੋਈ ਹੈ ਅਤੇ ਲਾਸਟ ਮਿਨਟ ਚੱਲ ਰਹੇ ਨੇ, ਮਤਲਬ ਕਿ ਦੁਕਾਨਾਂ ਬੰਦ ਹੋ ਜਾਂਦੀਆਂ ਨੇ ਨਾ ਰਾਤ ਨੂੰ, ਅਤੇ ਦੁਕਾਨਾਂ ਬੰਦ ਕਰਨ ਦਾ ਸਮੇਂ ਹੋ ਰਿਹਾ ਹੈ ਅਤੇ ਲਾਸਟ ਮਿਨਟ ਚੱਲ ਰਹੇ ਨੇ। ਐਜ਼ ਲਾਸਟ ਮਿਨਟ ਸ਼ੌਪਕੀਪਰ ਵਰ ਗੋਇੰਗ ਹੋਮ, ਅਤੇ ਜਿਹੜੇ ਜਿਨ੍ਹਾਂ ਲੋਕਾਂ ਨੂੰ ਲੇਟ ਨਾਈਟ ਸ਼ਾਪਿੰਗਸ ਕਰਨੀਆਂ ਪਸੰਦ ਨੇ, ਉਹ ਲੋਕ ਵੀ ਹੁਣ ਜਿਹੜੇ ਨੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ। A thick white sheet of snow lay over Salt Lake City, USA, yet the lights were still burning in the old clock shop as Ray, its old deaf owner, worked on a clock he had sold that day. ਲੇਕਿਨ ਕੀ ਹੋਇਆ ਕਿ ਇੱਕ ਓਨਰ ਹੈ ਇਸ ਸ਼ੌਪ ਦਾ, ਜਿਹਦਾ ਨਾਮ ਕੀ ਹੈ, ਰੇ ਹੈ। ਉਹ ਕੀ ਆ, ਡੈਫ ਹੈ। ਡੈਫ ਮਤਲਬ ਕਿ ਬੋਲਾ ਹੈ, ਉਸਨੂੰ ਸੁਣਦਾ ਨਹੀਂ ਹੈ, ਠੀਕ ਹੈ। ਉਹ ਆਪਣੀ ਇੱਕ ਘੜੀ ਦੇ ਉੱਪਰ ਕੰਮ ਕਰ ਰਿਹਾ, ਠੀਕ ਹੈ। USA ਦੀ ਸਿਟੀ ਹੈ, ਸਾਲਟ ਲੇਕ ਸਿਟੀ ਦਾ ਨਾਮ ਹੈ। ਚਾਰੇ ਪਾਸੇ ਬਰਫ਼ ਪਈ ਹੋਈ ਹੈ। ਜਿਹੜੀਆਂ ਇੱਕ ਦੁਕਾਨ ਦੀਆਂ ਲਾਈਟਾਂ ਹਲੇ ਵੀ ਚੱਲ ਰਹੀਆਂ ਨੇ। ਉਸ ਦੁਕਾਨ ਦਾ ਨਾਮ ਕੀ ਹੈ, ਓਲਡ ਕਲੌਕ ਸ਼ੌਪ ਹੈ। ਉਸ ਦੇ ਓਨਰ ਦਾ ਨਾਮ ਕੀ ਹੈ, ਰੇ ਹੈ, ਜਿਹੜਾ ਕਿ ਡੈਫ ਹੈ, ਅਤੇ ਉਹ ਇੱਕ ਇੱਕ ਕਲੌਕ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਓਕੇ, ਦੈਨ ਕੀ ਹੁੰਦਾ ਹੈ, ਹੈਵਿੰਗ ਫਿਨਿਸ਼ਡ ਹਿਜ਼ work, Ray stood up and was on his way to back room when a cold rush of air from the front door hit the back of his neck. ਠੀਕ ਹੈ, ਹੁਣ ਉਹਦਾ ਜਿਹੜਾ ਉਸ ਘੜੀ ਨੂੰ ਠੀਕ ਕਰਨ ਦਾ ਕੰਮ ਹੈ ਉਹ ਲਗਭਗ ਖਤਮ ਹੋ ਚੁੱਕਿਆ ਹੈ। ਉਹ ਕੀ ਕਰਦਾ, ਖੜਾ ਹੁੰਦਾ ਹੈ, ਆਪਣੇ ਰੂਮ ਵੱਲ ਜਾਣ ਦੀ ਕੋਸ਼ਿਸ਼ ਕਰਦਾ ਆ। ਤਾਂ ਕੀ ਹੁੰਦਾ ਹੈ, ਕੋਈ ਗੇਟ ਖੋਲ੍ਹਦਾ ਅਤੇ ਉਹਨੂੰ ਆਪਣੀ ਬੈਕ ਦੇ ਉੱਪਰ, ਦੇਖੋ ਪਿੱਠ ਕਰੀ ਖੜਾ ਹੈ ਨਾ, ਉਹਨੂੰ ਆਪਣੀ ਬੈਕ ਦੇ ਉੱਪਰ ਠੰਡੀ ਹਵਾ ਮਹਿਸੂਸ ਹੁੰਦੀ ਹੈ। ਮਤਲਬ ਉਹਨੇ ਫੀਲ ਕੀਤਾ ਕਿ ਮੇਰੇ ਜਿਹੜਾ ਸ਼ੌਪ ਹੈ ਉਹਦਾ ਡੋਰ ਕਿਸੇ ਨੇ ਓਪਨ ਕੀਤਾ। ਹੀ ਟਰਨ ਟੂ ਮੀਟ ਆ ਲਾਸਟ ਮਿਨਟ ਸ਼ੌਪਰ। ਰਾਤ ਦਾ ਸਮੇਂ ਚੱਲ ਰਿਹਾ ਨਾ, ਤਾਂ ਹੁਣ ਉਹ ਜਿਹੜੇ ਉਹਦੇ 'ਤੇ ਕੋਲੇ ਲਾਸਟ ਮਿਨਟ ਸ਼ੌਪਰਸ ਆਏ ਨੇ, ਗ੍ਰਾਹਕ ਆਏ ਨੇ, ਉਹਨਾਂ ਨੂੰ ਮਿਲਣ ਦੇ ਲਈ ਉਹ ਟਰਨ ਕਰਦਾ। But his old wise eyes told him that this was not a shopper. He saw two men, one in his 20s and the other closer to 50. The younger man remained at the door. ਲੇਕਿਨ ਜਿੱਦਾਂ ਹੀ ਇਹ ਪਰਸਨ ਜਿਹੜੇ ਆ ਉਹ ਡੋਰ ਖੋਲ੍ਹ ਕੇ ਐਂਟਰ ਹੁੰਦੇ ਨੇ, ਤਾਂ ਜਿਹੜਾ ਇਹ ਓਨਰ ਹੈ, ਠੀਕ ਹੈ, ਰੇ ਆ, ਇਹਦੀਆਂ ਜਿਹੜੀਆਂ ਬਜ਼ੁਰਗ ਅੱਖਾਂ ਨੇ, ਬੁੱਧੀਮਾਨ ਅੱਖਾਂ ਨੇ, ਉਹ ਦੇਖ ਕੇ ਇਸ ਪਰਸਨ ਨੂੰ ਕੀ ਜੱਜ ਕਰਦੀਆਂ ਨੇ ਕਿ ਜਿਹੜਾ ਇਹ ਪਰਸਨ ਮੇਰੀ ਦੁਕਾਨ 'ਚ ਐਂਟਰ ਹੋਇਆ ਨਾ, ਇਹ ਸ਼ੌਪਰ ਨਹੀਂ ਹੈ, ਇਹ ਗ੍ਰਾਹਕ ਨਹੀਂ ਹੈ, ਠੀਕ ਹੈ। ਉਹਨੂੰ ਉਹਦੀ ਲੁੱਕ ਦੇਖ ਕੇ, ਉਹਦੇ ਵੱਲ ਦੇਖ ਕੇ ਹੀ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ, ਠੀਕ ਹੈ। ਹੁਣ ਉਹਦੀ ਸ਼ੌਪ 'ਚ ਆਇਆ ਕੌਣ ਹੈ, ਦੋ ਪਰਸਨਸ ਆਏ ਨੇ। ਇੱਕ ਜਿਹੜਾ ਆ ਉਹ 20 ਸਾਲ ਦਾ ਆ, ਇੱਕ ਜਿਹੜਾ ਆ 50 ਸਾਲ ਦੀ ਉਮਰ ਦਾ ਹੈ। ਲੇਕਿਨ ਜਿਹੜਾ ਯੰਗਰ ਮੈਨ ਹੈ, ਮਤਲਬ ਜਿਹੜਾ 20 ਸਾਲ ਦੀ ਉਮਰ ਦਾ ਹੈ, ਉਹ ਕੀ ਆ, ਡੋਰ 'ਤੇ ਹੀ ਖੜ੍ਹਾ ਹੋਇਆ ਹੈ, ਅਤੇ ਜਿਹੜਾ 50 ਈਅਰਸ ਓਲਡ ਹੈ ਉਹ ਅੰਦਰ ਆਉਂਦਾ। The older man approached the counter with no sign of friendliness in his eyes. Ray was able to hide his growing fear as he slowly pushed a notepad and a pencil across the ਕਾਊਂਟਰ। ਹੁਣ ਦੇਖੋ ਉਹ ਡੈਫ ਹੈ ਨਾ, ਉਹਨੂੰ ਸੁਣਦਾ ਨਹੀਂ ਹੈ, ਠੀਕ ਹੈ। ਸੋ ਕੀ ਕਰਦਾ ਹੈ, ਆਪਣੇ ਡਰ ਨੂੰ ਲੁਕਾਉਂਦਾ ਹੋਇਆ ਉਸ ਦੇ ਵੱਲ ਇੱਕ ਨੋਟਪੈਡ ਕਰਦਾ ਹੈ। ਮਤਲਬ ਕਿ ਤੁਸੀਂ ਕੀ ਆਰਡਰ ਕਰਨ ਆਏ ਹੋ, ਉਹ ਚਾਹੁੰਦਾ ਹੈ ਕਿ ਤੁਸੀਂ ਇਸ ਨੋਟਪੈਡ ਦੇ ਉੱਪਰ ਲਿਖ ਲਓ। ਅਤੇ ਜਦੋਂ ਰੇ ਜਿਹੜਾ ਹੈ ਉਸਦੇ ਫੇਸ ਵੱਲ ਦੇਖਦਾ ਹੈ, ਅਤੇ ਰੇ ਕੀ ਮਹਿਸੂਸ ਕਰ ਰਿਹਾ ਹੈ ਕਿ ਜਿਹੜਾ ਪਰਸਨ ਉਹਦੇ ਕਾਊਂਟਰ ਕੋਲ ਆ ਕੇ ਖੜ੍ਹਾ ਆ, ਉਹਦੇ ਫੇਸ ਦੇ ਉੱਪਰ ਕੋਈ ਵੀ ਫਰੈਂਡਲੀਨੈਸ ਦਾ ਸਾਈਨ ਨਹੀਂ ਹੈ। ਮਤਲਬ ਕਿ ਉਹਦੇ ਜਿਹੜੇ ਹਾਵ ਭਾਵ ਨੇ ਉਹ ਦੋਸਤਾਨਾ ਨਹੀਂ ਆ, ਠੀਕ ਆ, ਉਹ ਫਰੈਂਡਲੀਨੈਸ ਨਹੀਂ ਸ਼ੋਅ ਕਰ ਰਿਹਾ। ਉਹ ਮਤਲਬ ਕਿ ਫੇਸ ਤੋਂ ਹੀ ਉਹ ਥੋੜ੍ਹਾ ਅਜੀਬ ਬਿਹੇਵ ਕਰ ਰਿਹਾ, ਜਿਸ ਨੂੰ ਦੇਖ ਕੇ ਰੇ ਨੂੰ ਵੀ ਡਰ ਲੱਗ ਰਿਹਾ। ਲੇਕਿਨ ਰੇ ਜਿਹੜਾ ਆ ਉਹ ਆਪਣੇ ਡਰ ਨੂੰ ਛੁਪਾਉਂਦਾ ਹੋਇਆ ਉਸ ਤੋਂ ਥਰੂ ਨੋਟਪੈਡ ਇਹ ਪੁੱਛਦਾ ਹੈ ਕਿ ਉਹ ਕੀ ਆਰਡਰ ਕਰਨਾ ਚਾਹੁੰਦੇ ਨੇ। ਓਕੇ, ਸੋ ਫਰਦਰ ਲੈਟਸ ਸੀ ਵਾਟ ਹੈਪਨ। A quick look of surprise changed the man's face.
उस इंसान के फेस के जोड़े इंप्रैशनस ने वो अचानक बदल जाते हैं। रे स्माइल्ड एट अनफ्रेंडली फेस, दैन पॉइंटेड टू हिज ईयर एंड शूक्ड हिज हैड फ्रॉम साइड टू साइड। मतलब कि हुण उस इंसान ने देखा कि इन्हें मेरे सामने नोटपैड क्यों रखी है कुछ लिखण दे लई। ਉਹਦਾ ਜਿਹੜਾ ਫੇस ਸੀਗਾ ਉਹ ਪਹਿਲਾਂ फ्रेंडलीनैस वाला नहीं ਸੀਗਾ, बिल्कुल सरप्राइज्ड ਸੀਗਾ। उस नोटपैड ਨੂੰ देख के ਜਿਹੜਾ ਇਹ शॉपर आया ਉਹਦੀ शॉप ਦੇ ਵਿੱਚ ਉਹ ਕੀ ਹੁੰਦਾ सरप्राइज्ड हो जाता। ठीक है, ਉਹਦਾ फेस ਦੇ ਤੁਸੀਂ इंप्रैशन देख सकते हो, बिल्कुल शॉकिंग वाले नहीं। ਤਾਂ ਜਿਹੜਾ ਰੇ ਆ ਉਹ ਕੀ ਕਰਦਾ ਹੈ, ਸਮਾਈਲ ਕਰਦਾ ਹੈ ਅਤੇ ਉਸ ਇਨਸਾਨ ਵੱਲ ਪੁਆਇੰਟ ਆਊਟ ਕਰਕੇ ਦੱਸਦਾ ਹੈ ਕਿ ਮੇਰੇ ਜਿਹੜੇ ਈਅਰ ਨੇ, ਠੀਕ ਹੈ, ਯੂ ਕੈਨ ਸੀ ਉਹਨੇ ਆਪਣੇ ਈਅਰਸ ਵੱਲ ਪੁਆਇੰਟ ਆਊਟ ਕੀਤਾ ਹੋਇਆ ਹੈ ਕਿ ਜਿਹੜੇ ਮੇਰੇ ਈਅਰ ਨੇ, ਅਤੇ ਉਸ ਤੋਂ ਬਾਅਦ ਆਪਣੀ ਨੈਕ ਨੂੰ ਦੋਨੋਂ ਸਾਈਡ ਵੱਲ ਟਰਨ ਕਰਦਾ ਹੈ, ਫਰਸਟਲੀ ਲੈਫਟ ਦੈਨ ਰਾਈਟ। ਮਤਲਬ ਕਿ ਇਹ ਮੇਰੇ ਜਿਹੜੇ ਈਅਰ ਨੇ ਉਹ ਕੰਮ ਨਹੀਂ ਕਰ ਰਹੇ, ਮਤਲਬ ਕਿ ਮੈਂ ਡੈਫ ਹਾਂ, ਉਹਨੂੰ ਦੱਸਦਾ। ਦ ਮੈਨ ਸਰਪ੍ਰਾਈਜ਼ ਐਂਡ ਸਟਡੀਡ ਦ ਨੋਟਪੈਡ। ਜਿਹੜਾ ਇਹ ਇਨਸਾਨ ਹੈ ਉਹ ਉਸ ਨੋਟਪੈਡ ਨੂੰ ਪੜ੍ਹਦਾ ਹੈ ਕਿ ਉਹ 'ਤੇ ਕੀ ਲਿਖਿਆ ਹੈ। ਦੈਨ ਹੀ ਟਰਨਡ ਐਂਡ ਸੈਡ ਸਮਥਿੰਗ ਟੂ ਹਿਜ਼ ਫਰੈਂਡ। ਠੀਕ ਹੈ, ਉਸ ਤੋਂ ਬਾਅਦ ਉਹ ਘੁੰਮਿਆ ਅਤੇ ਉਸਨੇ ਆਪਣੇ ਦੋਸਤ ਨੂੰ ਕੁਛ ਕਿਹਾ। ਠੀਕ ਹੈ, ਹੁਣ ਉਹਨੇ ਕੀ ਕਿਹਾ ਇਹ ਆਪਾਂ ਨੂੰ ਨਹੀਂ ਪਤਾ, ਕਿਉਂਕਿ ਆਪਾਂ ਨੂੰ ਸਾਰੀ ਸਟੋਰੀ ਕੌਣ ਦੱਸ ਰਿਹਾ, ਰੇ ਦੱਸ ਰਿਹਾ, ਔਰ ਰੇ ਜਿਹੜਾ ਬੋਲਾ ਹੈ। ਠੀਕ ਹੈ, ਸੋ ਆਪਾਂ ਨੂੰ ਨਹੀਂ ਪਤਾ ਕਿ ਇਸ ਪਰਸਨ ਨੇ ਆਪਣੇ ਜਿਹੜਾ ਉਹ 20 ਸਾਲ ਦਾ ਇਹਦੇ ਨਾਲ ਇਨਸਾਨ ਆਇਆ ਸੀ ਉਸਨੂੰ ਕੀ ਕਿਹਾ। ਓਕੇ, ਰੇ ਯੂਜ਼ਡ ਦ ਚਾਂਸ ਟੂ ਲੁੱਕ closely at the man, paying attention to the shape of a gun in man's right coat pocket and his restless hand। ਹੁਣ ਜਦੋਂ ਹੀ ਇਹ ਇਨਸਾਨ ਜਿਹੜਾ ਹੈ ਉਹ ਆਪਣੇ ਦੋਸਤ ਵੱਲ ਦੇਖ ਰਿਹਾ ਸੀ ਅਤੇ ਉਹਨੂੰ ਕੁਛ ਕਹਿ ਰਿਹਾ ਸੀ ਜਿਹੜਾ ਕਿ ਰੇ ਨੂੰ ਨਹੀਂ ਸੁਣ ਰਿਹਾ, ਤਾਂ ਰੇ ਨੇ ਉਸ ਸਮੇਂ ਦੇ ਵਿੱਚ ਕੀ ਚੀਜ਼ ਨੋਟਿਸ ਕੀਤੀ ਕਿ ਇਸ ਇਨਸਾਨ ਦੀ ਪੋਕਿਟ ਦੇ ਵਿੱਚ ਗਨ ਹੈ, ਰਾਈਟ ਪੋਕਿਟ ਦੇ ਵਿੱਚ, ਅਤੇ ਜਿਹੜਾ ਉਹਦਾ ਹੱਥ ਹੈ ਜਿਹੜਾ ਇਹਦਾ ਹੱਥ ਹੈ ਬਹੁਤ ਰੈਸਟਲੈਸ ਹੈ। ਮਤਲਬ ਜਦੋਂ ਆਪਾਂ ਕੁਛ ਗਲਤ ਕਰਨ ਚਾਹੁੰਦੇ ਹਾਂ ਆਪਾਂ ਬਹੁਤ ਰੈਸਟਲੈਸ ਪੋਜੀਸ਼ਨ 'ਚ ਹੁੰਦੇ ਹਾਂ। ਠੀਕ ਹੈ, ਮੋਸਟਲੀ ਉਹ ਲੋਕ ਜਿਹੜੇ ਕਿ ਚੋਰੀ ਚਕਾਰੀ ਕਰਨ ਦੇ ਯੂਜ਼ ਟੂ ਨਹੀਂ ਹੁੰਦੇ, ਹੈਬਿਚੁਅਲ ਨਹੀਂ ਹੁੰਦੇ, ਜਿਹੜੇ ਪ੍ਰੋਫੈਸ਼ਨਲ ਚੋਰ ਨਹੀਂ ਹੁੰਦੇ। ਠੀਕ ਹੈ, ਜਦੋਂ ਕੋਈ ਤੁਸੀਂ ਕ੍ਰਾਈਮ ਨਹੀਂ ਕੀਤਾ ਹੁੰਦਾ, ਪਹਿਲੀ ਵਾਰ ਕੋਈ ਕ੍ਰਾਈਮ ਕਰਨ ਚਾਹੁੰਦੇ ਹੋ ਤਾਂ ਤੁਹਾਡੇ ਹੱਥ ਪੈਰ ਕੰਬਦੇ ਆ। ਉਸੇ ਤਰ੍ਹਾਂ ਹੀ ਉਹ ਇਨਸਾਨ ਬਹੁਤ ਰੈਸਟਲੈਸ ਫੀਲ ਕਰ ਰਿਹਾ, ਉਹਦੇ ਹੱਥ ਜਿਹੜੇ ਆ ਕੰਬ ਰਹੇ ਨੇ। ਤਾਂ ਹੁਣ ਰੇ ਨੇ ਉਹਦੀ ਜੇਬ ਦੇ ਵਿੱਚ ਗਨ ਦੇਖੀ ਆ, ਉਹਦੇ ਹੱਥ ਪੈਰ ਕੰਬਦੇ ਦੇਖਿਆ, ਮਤਲਬ ਰੇ ਨੂੰ ਪਤਾ ਚੱਲ ਹੀ ਗਿਆ ਨਾ ਕਿ ਉਹ ਮੇਰੀ ਦੁਕਾਨ ਦੇ ਵਿੱਚ ਸ਼ੋਪਿੰਗ ਕਰਨ ਤਾਂ ਨਹੀਂ ਆਏ, ਮਤਲਬ ਕਿ ਚੋਰੀ ਕਰਨ ਆਏ ਨੇ। ਤਾਂ ਰੇ ਜਿਹੜਾ ਹੈ ਉਹ ਥੋੜ੍ਹਾ ਘਬਰਾਉਂਦਾ ਹੈ, ਲੇਕਿਨ ਆਪਣੇ ਮਾਇੰਡ 'ਚ ਸੋਚਦਾ ਹੈ ਆਈ ਮਸਟ ਕੀਪ ਕਾਮ ਬੀ ਸਟਿਲ। ਕਹਿੰਦੇ ਕਿ ਮੈਨੂੰ ਜਿਹੜਾ ਆਪਣੀ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ, ਮੈਨੂੰ ਹਾਈਪਰ ਨਹੀਂ ਹੋਣਾ ਚਾਹੀਦਾ। ਐਂਗਰ ਬੋਇਲਡ ਵਿਦਨ ਰੋਏ ਬਟ ਇਟ ਵਾਜ਼ ਕੈਪਟ ਡਾਊਨ ਬਾਏ ਅ ਇਨਰ ਵੋਇਸ। ਠੀਕ ਹੈ, ਰੇ ਨੂੰ ਅੰਦਰੋਂ ਅੰਦਰੀ ਗੁੱਸਾ ਆ ਰਿਹਾ ਸੀ ਕਿ ਮੇਰੀ ਦੁਕਾਨ 'ਚ ਚੋਰੀ ਕਰਨ ਆਏ ਨੇ, ਲੇਕਿਨ ਉਹਦੀ ਅੰਤਰ ਆਤਮਾ ਨੇ ਉਸਨੂੰ ਥੋੜ੍ਹਾ ਜਿਹਾ ਕੂਲ ਡਾਊਨ ਕੀਤਾ। ਹੁਣ ਰੇ ਨੇ ਉਸ ਨੋਟਪੈਡ 'ਤੇ ਕੀ ਲਿਖਿਆ ਹੋਇਆ ਸੀ, ਮੇ ਆਈ ਹੈਲਪ ਯੂ, ਕਿ ਮੈਂ ਤੁਹਾਡੀ ਕਿੱਦਾਂ ਮਦਦ ਕਰ ਸਕਦਾ ਹਾਂ। For the first time, the older man looked directly at Ray and smiled. It was a cruel, mocking smile. ठीक है, ਹੁਣ ਇਹ ਪਹਿਲੀ ਵਾਰੀ ਹੋਇਆ ਸੀ ਜਿੰਨੇ ਟਾਈਮ 'ਤੇ ਵੀ ਉਹ ਜਿਹੜਾ ਸ਼ੋਪਰ ਸੀਗਾ, ਗ੍ਰਾਹਕ ਸੀਗਾ, ਉਹਦੀ ਦੁਕਾਨ ਵਿੱਚ ਆਇਆ ਹੋਇਆ ਸੀ, ਉਹ ਬਹੁਤ ਸਰਪ੍ਰਾਈਜ਼ਡ ਫੇਸ ਨਾਲ ਖੜ੍ਹਾ ਹੋਇਆ ਸੀ। ਲੇਕਿਨ ਪਹਿਲੀ ਵਾਰੀ ਹੋਇਆ ਕਿ ਉਹ ਇਨਸਾਨ ਨੇ ਸਮਾਈਲ ਕੀਤੀ ਅਤੇ ਬਿਲਕੁਲ ਡਾਇਰੈਕਟਲੀ ਰੇ ਵੱਲ ਦੇਖ ਕੇ। ਠੀਕ ਹੈ, ਲੇਕਿਨ ਜਿਹੜੀ ਇਹ ਸਮਾਈਲ ਸੀਗੀ ਉਹ ਬਹੁਤ ਸ਼ੈਤਾਨੀ ਜਿਹੀ ਸਮਾਈਲ ਸੀ, ਬਹੁਤ ਮੂਕਿੰਗ ਸਮਾਈਲ ਸੀ। ਠੀਕ ਹੈ, they both understood why he was there, why his friend remained at the door. They looked like men who were down on their luck and were now ready to try something they would later be sorry about. ਉਹ ਸਾਰੇ ਸਮਝ ਚੁੱਕੇ ਸੀ ਤਿੰਨੋਂ ਦੇ ਤਿੰਨੋਂ ਕਿ ਇਹ ਇੱਥੇ ਕੀ ਕਰਨ ਆਏ ਨੇ। ਠੀਕ ਹੈ, ਰੇ ਨੂੰ ਵੀ ਪਤਾ ਚੱਲ ਗਿਆ ਸੀ ਕਿ ਇੱਥੇ ਸ਼ੋਪਿੰਗ ਕਰਨ ਨਹੀਂ ਆਏ, ਅਤੇ ਉਸ ਇਨਸਾਨ ਜਿਹੜੇ ਨੇ ਉਹ ਵੀ ਇਨਡਾਇਰੈਕਟਲੀ ਰੇ ਨੂੰ ਇੰਡੀਕੇਸ਼ਨਸ ਦੇ ਰਹੇ ਸੀ ਕਿ ਅਸੀਂ ਇੱਥੇ ਸ਼ੋਪਿੰਗ ਕਰਨ ਦੇ ਲਈ ਨਹੀਂ ਆਏ। ਹਰ ਕੋਈ ਆਪਣੀ ਆਪਣੀ ਕਿਸਮਤ ਅਜ਼ਮਾ ਰਿਹਾ ਸੀ। ਰੇ ਵੀ ਚਾਹੁੰਦਾ ਸੀ ਕਿ ਬਾਏ ਫੋਰਚੂਨ ਮੈਂ ਇਹਨਾਂ ਦੀ ਡਾਕੇ ਤੋਂ ਬਚ ਜਾਵਾਂ, ਮੇਰੀ ਦੁਕਾਨ ਦੇ ਵਿੱਚ ਚੋਰੀ ਨਾ ਹੋਵੇ। ਉਹ ਇਨਸਾਨ ਚਾਹੁੰਦੇ ਸੀ ਕਿ ਜੋ ਅਸੀਂ ਕਰਨ ਆਏ ਹਾਂ ਉਹ ਸਾਡੀ ਕਿਸਮਤ ਦੇ ਨਾਲ ਇੱਥੇ ਹੋ ਜਾਵੇ। ਲੇਕਿਨ ਕਿਤੇ ਨਾ ਕਿਤੇ ਉਹ ਇਨਸਾਨ ਇਹ ਚੀਜ਼ ਵੀ ਫੀਲ ਕਰ ਰਹੇ ਸੀ ਕਿ ਜੋ ਅਸੀਂ ਇੱਥੇ ਕਰਨ ਆਏ ਹਾਂ ਉਸ ਚੀਜ਼ ਨੂੰ ਪਰਫੋਰਮ ਕਰਨ ਤੋਂ ਬਾਅਦ ਸਾਨੂੰ ਉਸ ਦੇ ਲਈ ਸੌਰੀ ਫੀਲ ਜ਼ਰੂਰ। Then
The clock tickled on and Ray calmly wrote another message. ਹੁਣ ਕੀ ਹੋਇਆ, ਜਿਹੜੀਆਂ ਘੜੀਆਂ ਦੀਆਂ ਸੂਈਆਂ ਨੇ ਉਹਦੀਆਂ ਆਵਾਜ਼ਾਂ ਟਿਕ 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 ਸਾਰਿਆਂ ਨੂੰ ਸੁਣ ਰਹੀਆਂ, ਮਤਲਬ ਇੰਨੀ ਜ਼ਿਆਦਾ ਸ਼ਾਂਤੀ ਹੈ ਉੱਥੇ। ਰੇ ਨੇ ਦੁਬਾਰਾ ਨੋਟਪੈਡ ਲਈ ਉਹਦੇ ਦੇ ਉੱਪਰ ਇੱਕ ਹੋਰ ਮੈਸੇਜ ਲਿਖਿਆ, ਹੈਵ ਯੂ ਕਮ ਟੂ ਪਿਕ ਅਪ ਆ ਕਲੌਕ ਔਰ ਅ ਵਾਚ। ਹੁਣ ਰੇ ਨੇ ਕੀ ਲਿਖਿਆ ਕਿ ਤੁਸੀਂ ਇੱਥੇ ਕੀ ਖਰੀਦਣ ਆਏ ਹੋ, ਕਲੌਕ ਖਰੀਦਣ ਆਏ ਹੋ ਜਾਂ ਫਿਰ ਵਾਚ ਖਰੀਦਣ ਆਏ ਹੋ। ਕਲੌਕ ਜਿਹੜਾ ਵਾਲ 'ਤੇ ਲੱਗਦਾ, ਠੀਕ ਹੈ, ਉਹਨੂੰ ਆਪਾਂ ਕਲੌਕ ਕਹਿੰਦੇ ਹਾਂ, ਐਂਡ ਵਾਚ ਜਿਹੜੀ ਆਪਾਂ ਗੁੱਟ 'ਤੇ ਬੰਨ੍ਹਦੇ ਹਾਂ, ਫਾਈਨ। ਅਤੇ ਕਲੌਕ ਐਂਡ ਵਾਚ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਘੜੀ ਹੀ ਕਹਿੰਦੇ ਹਾਂ, ਪਰ ਦੋਨਾਂ ਦੇ ਵਿੱਚ ਡਿਫਰੈਂਸ ਹੁੰਦਾ, ਓਕੇ, ਇਨ ਇੰਗਲਿਸ਼ ਲੈਂਗੁਏਜ। ਨੈਕਸਟ ਦੇਖੋ, ਦੈਨ ਹੀ ਪੁਆਇੰਟਡ ਟੂ ਦਾ ਲੋਨ ਬੋਰਡ, ਠੀਕ ਹੈ। ਉਸ ਤੋਂ ਬਾਅਦ ਉਹ ਕੀ ਕਰਦਾ, ਆਪਣੇ ਲੋਨ ਬੋਰਡ ਵੱਲ ਪੁਆਇੰਟ ਆਊਟ ਕਰਦਾ, ਠੀਕ ਹੈ। ਚਾਰੇ ਪਾਸੇ ਘੜੀਆਂ ਲੱਗੀਆਂ ਹੋਈਆਂ, ਲੇਕਿਨ ਇੱਕ ਬੋਰਡ ਲੱਗਿਆ ਜਿੱਥੇ ਲਿਖਿਆ ਹੈ ਲੋਨ। He was not a pawnbroker, but at the same time he couldn't say no to the needy people who placed their old clock or watches before him for anything they could get. He loaned more than he should, but their watches and clocks would be there when the owner wanted them back at the same price he had paid with no interest. ਹੁਣ ਦੇਖੋ, ਚਾਹੇ ਕਿ ਉਹ ਘੜੀਆਂ ਵੇਚਣ ਵਾਲਾ ਹੈ, ਲੇਕਿਨ ਉਹਦੇ ਨਾਲ ਨਾਲ ਉਹ ਲੋਕਾਂ ਨੂੰ ਲੋਨ ਵੀ ਦਿੰਦਾ ਹੈ। ਪ੍ਰੋਫੈਸ਼ਨਲੀ ਉਹ ਪਾਊਂਡ-ਬ੍ਰੋਕਰ ਨਹੀਂ ਹੈ, ਮਤਲਬ ਕਿ ਪਾਊਂਡ-ਬ੍ਰੋਕਰ ਜਿਹੜੇ ਲੋਕ ਜਿਹਨੂੰ ਆਪਾਂ ਆੜ੍ਹਤੀਏ ਕਹਿੰਦੇ ਹਾਂ ਅੱਜ ਕੱਲ੍ਹ, ਕਿ ਉਹ ਲੋਕਾਂ ਨੂੰ ਪੈਸੇ ਦਿੰਦੇ ਆ ਅਤੇ ਉਹਦੇ ਬਦਲੇ 'ਚ ਉਹਨਾਂ ਤੋਂ ਇੰਟਰਸਟ ਲਾ ਕੇ, ਵਿਆਜ ਲਾ ਕੇ ਪੈਸੇ ਲੈਂਦੇ ਆ। ਲਾਈਕ ਉਹਨਾਂ ਨੇ ਕਿਸੇ ਨੂੰ 100 ਰੁਪਇਆ ਦਿੱਤਾ ਅਤੇ ਰਿਟਰਨ ਦੇ ਵਿੱਚ ਲੋਕ ਉਹਨੂੰ 150 ਰੁਪਇਆ ਵਾਪਸ ਕਰਨਗੇ, ਠੀਕ ਹੈ, ਉਹ ਹੁੰਦਾ ਪਾਊਂਡ-ਬ੍ਰੋਕਰ, ਠੀਕ ਹੈ। ਬਟ ਰੇ ਜਿਹੜਾ ਹੈ ਉਹ ਪਾਊਂਡ-ਬ੍ਰੋਕਰ ਨਹੀਂ ਹੈ। ਉਹ ਕੀ ਕਰਦਾ, ਲੋਕਾਂ ਜਿਹੜੇ ਲੋਕ ਉਹਦੇ ਕੋਲ ਪੈਸੇ ਲਈ ਆਉਂਦੇ ਨੇ ਉਹਨਾਂ ਨੂੰ ਨਾ ਨਹੀਂ ਕਹਿ ਸਕਦਾ, ਇਸ ਕਰਕੇ ਉਹ ਕੀ ਕਰਦਾ ਹੈ, ਲੋਕ ਜਿਹੜੀਆਂ ਉਹਦੀਆਂ ਪੁਰਾਣੀਆਂ ਘੜੀਆਂ ਨੇਗੀਆਂ ਇਹਦੇ ਕੋਲ ਰੱਖ ਦਿੰਦੇ ਨੇ ਅਤੇ ਇਹ ਉਹਨਾਂ ਦੀ ਅਸਲ ਕੀਮਤ ਤੋਂ ਜ਼ਿਆਦਾ ਉਹਨਾਂ ਨੂੰ ਪੈਸੇ ਦੇ ਦਿੰਦਾ ਵਾ। ਜਦੋਂ ਲੋਕਾਂ ਦੀ ਉਹ ਜ਼ਰੂਰਤ ਪੂਰੀ ਹੋ ਜਾਂਦੀ ਹੈ ਤਾਂ ਲੋਕ ਉਹੀ ਪੈਸੇ ਵਾਪਸ ਦੇ ਜਾਂਦੇ ਆ ਅਤੇ ਇਹਦੇ ਤੋਂ ਆਪਣੀਆਂ ਘੜੀਆਂ ਵਾਪਸ ਲੈ ਜਾਂਦੇ ਆ, ਠੀਕ ਹੈ, ਲਾਈਕ ਟਿਟ ਫॉर ਟੈਟ, ਠੀਕ ਹੈ, ਗਿਵ ਐਂਡ ਗੈਟ। ਦੈਨ the old man seemed to feel a little easier and quickly took off his watch. How much will you give me for this? ਤਾਂ ਉਸ ਤੋਂ ਬਾਅਦ ਜਿਹੜਾ ਇਨਸਾਨ ਹੈ ਉਹ ਥੋੜ੍ਹਾ ਈਜ਼ੀ ਮਹਿਸੂਸ ਕਰਦਾ ਹੈ, ਠੀਕ ਹੈ, ਕਿਉਂਕਿ ਉਹ ਪਹਿਲੀ ਵਾਰੀ ਚੋਰੀ ਕਰਨ ਆਇਆ, ਉਹਨੂੰ ਘਬਰਾਹਟ ਹੋ ਰਹੀ ਸੀ, ਠੀਕ ਹੈ। ਲੇਕਿਨ ਹੁਣ ਉਹ ਇਨਸਾਨ ਨੇ ਜਦੋਂ ਇਹ ਚੀਜ਼ ਸੁਣੀ ਨਾ ਕਿ ਲੋਨ ਵੀ ਦਿੰਦੇ ਆ, ਠੀਕ ਹੈ, ਉਹ ਵੀ ਜਸਟ ਇੱਕ ਵਾਚ ਦੇ ਬਦਲੇ, ਠੀਕ ਹੈ, ਤਾਂ ਉਹ ਇਨਸਾਨ ਨੂੰ ਥੋੜ੍ਹੀ ਰਾਹਤ ਮਹਿਸੂਸ ਹੁੰਦੀ ਹੈ ਅਤੇ ਉਹ ਇਸ ਨੋਟ ਪੈਡ 'ਤੇ ਕੀ ਲਿਖਦਾ ਹੈ ਕਿ ਹਾਊ ਮਚ ਵਿਲ ਆਈ ਗੈਟ ਫॉर ਦਿਸ। ਆਪਣੀ ਘੜੀ ਉਤਾਰ ਕੇ ਬੋਲਦਾ ਹੈ ਕਿ ਮੈਨੂੰ ਇਸ ਘੜੀ ਦੇ ਬਦਲੇ ਕਿੰਨੇ ਪੈਸੇ ਮਿਲ ਸਕਦੇ ਆ। ਰੇ ਨੋਟਿਸਡ ਅ ਲਿਟਲ ਸ਼ੇਮ ਇਨ ਗ੍ਰੇ ਆਈਜ਼ ਲੁਕਡ ਐਟ ਹਿਮ। ਜਿਹੜਾ ਰੇ ਆ ਉਹ ਮਹਿਸੂਸ ਕਰਦਾ ਹੈ ਕਿ ਜਿਹੜੀਆਂ ਇਹ ਪਰਸਨ ਦੀਆਂ ਗ੍ਰੇ ਆਈਜ਼ ਨੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਸ਼ਰਮ ਹੈ। The watch was nothing special and yet had great powers. ਜਿਹੜੀਆਂ ਉਸ ਵਾਚ ਨੂੰ ਉਹ ਦੇ ਰਿਹਾ ਸੀ, ਉਸ ਵਾਚ ਦੇ ਵਿੱਚ ਕੁਛ ਖਾਸ ਤਾਂ ਨਹੀਂ ਸੀ, ਲਾਈਕ ਬ੍ਰਾਂਡਡ ਵਾਚ ਨਹੀਂ ਸੀ ਉਹ, ਪਰ ਫਿਰ ਵੀ ਉਸ ਵਾਚ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਸੀ। ਨਾਟ ਇਨ ਦਾ ਸੈਂਸ ਕਿ ਉਹ ਮੈਜੀਕਲ ਵਾਚ ਸੀ, ਪਾਵਰ ਇਨ ਦਾ ਸੈਂਸ ਕਿ ਉਸਨੇ ਸਾਰੀ ਸਿਚੁਏਸ਼ਨ ਨੂੰ ਬਦਲ ਕੇ ਰੱਖ ਦਿੱਤਾ। ਜਿਹੜਾ ਇਨਸਾਨ ਉੱਥੇ ਚੋਰੀ ਕਰਨ ਆਇਆ ਸੀ, ਹੁਣ ਉਹ ਇਨਸਾਨ ਉੱਥੋਂ ਲੋਨ ਲੈ ਰਿਹਾ, ਠੀਕ ਹੈ। ਚਾਹੀਦਾ ਉਹਨੂੰ ਪੈਸਾ ਹੀ ਹੈ, ਪਹਿਲਾਂ ਉਸਨੇ ਚੁਰਾ ਕੇ ਲੈ ਕੇ ਜਾਣਾ ਸੀ, ਹੁਣ ਉਹ ਵਾਚ ਦੇ ਬਦਲੇ ਲੈ ਜਾ ਰਿਹਾ ਹੈ। ਇਟ ਵਾਜ਼ ਸਮਥਿੰਗ ਟੂ ਐਕਸਚੇਂਜ ਅ ਵੇ ਆਊਟ ਆਫ ਅ ਬੈਡ ਸਿਚੁਏਸ਼ਨ। ਕਹਿੰਦੇ ਕਿ ਹੋ ਸਕਦਾ ਜੇਕਰ ਤੁਸੀਂ ਇਸ ਦੇ ਬਦਲੇ ਮੈਨੂੰ ਕੁਛ ਪੈਸੇ ਦੇ ਸਕੋ ਤਾਂ ਬਹੁਤ ਬੁਰੀ ਸਿਚੁਏਸ਼ਨ ਹੋਣ ਤੋਂ ਬਚ ਸਕਦੀ ਹੈ, ਮਤਲਬ ਕੁਛ ਬੁਰਾ ਹੋਣੋਂ ਬਚ ਜਾਏਗਾ। Knowing that great need that had brought the man to this shop in the first place, Ray asked. ਹੁਣ ਰੇ ਪਹਿਲਾਂ ਹੀ ਸਮਝ ਚੁੱਕਿਆ ਸੀ ਕਿ ਇਨਸਾਨ ਨੂੰ ਪੈਸੇ ਦੀ ਲੋੜ ਹੈ, ਇਸ ਕਰਕੇ ਮੇਰੀ ਸ਼ਾਪ ਦੇ ਵਿੱਚ ਚੋਰੀ ਕਰਨ ਆਇਆ। ਤਾਂ ਰੇ ਜਿਹੜਾ ਆ ਉਸਨੂੰ ਆਨਸਰ ਦਿੰਦਾ ਹੈ, ਹਾਊ ਮਚ ਡੂ ਯੂ ਵਾਂਟ ਫॉर ਇਟ, ਕਿ ਤੁਹਾਨੂੰ ਕਿੰਨੇ ਪੈਸੇ ਦੀ ਜ਼ਰੂਰਤ ਹੈ। ਤਾਂ ਉਹ ਇਨਸਾਨ ਕਹਿੰਦਾ ਹੈ ਕਿ ਵਟ ਐਵਰ ਇਟਸ ਵਰਥ, ਜਿੰਨੀ ਵੀ ਇਸ ਦੀ ਕੀਮਤ ਬਣਦੀ ਹੈ ਤੁਸੀਂ ਮੈਨੂੰ ਦੇ ਦਿਓ। ਰੇ ਰੀਚਡ into his cash box, pulled out a $50 note and passed it to the man. ਰੇ ਜਿਹੜਾ ਆਪਣੇ ਕੈਸ਼ ਬਾਕਸ ਕੋਲੇ ਜਾਂਦਾ ਹੈ, ਉੱਥੋਂ $50 ਦਾ ਨੋਟ ਲੈ ਕੇ ਆਉਂਦਾ ਹੈ ਅਤੇ ਉਸ ਇਨਸਾਨ ਨੂੰ ਦੇ ਦਿੰਦਾ ਹੈ। As they shook hands, Ray looked into the man's eyes.
They seems to say thank you. They both know that the watch wasn't worth that much. ਜਿੱਦਾਂ ਹੀ ਉਸਨੇ $50 ਦਾ ਨੋਟ ਉਸਨੂੰ ਦਿੱਤਾ, ਰੇ ਨੇ ਦੇਖਿਆ ਕਿ ਇਸ ਇਨਸਾਨ ਦੀਆਂ ਅੱਖਾਂ ਦੇ ਵਿੱਚ ਥੋੜ੍ਹੀ ਜਿਹੀ ਚਮਕ ਆ ਚੁੱਕੀ ਸੀ, ਜਿਹੜੀ ਕਿ ਉਸਨੂੰ ਥੈਂਕ ਯੂ ਕਹਿਣਾ ਚਾਹੁੰਦੀ ਸੀ ਅਤੇ ਹੈਂਡਸ਼ੇਕ ਕਰਨਾ ਚਾਹੁੰਦੀ ਸੀ, ਕਿਉਂਕਿ ਦੋਨੋਂ ਜਾਣਦੇ ਸੀ ਕਿ ਜਿਹੜੀ ਘੜੀ ਦੇ ਬਦਲੇ ਰੇ ਨੇ ਉਸ ਇਨਸਾਨ ਨੂੰ $50 ਦਿੱਤੇ ਨੇ, ਉਸ ਦੀ ਕੀਮਤ ਇੰਨੀ ਨਹੀਂ ਹੈ, ਉਸ ਤੋਂ ਕਿਤੇ ਜ਼ਿਆਦਾ ਘੱਟ ਹੈ। ਬਿਫੋਰ ਟਰਨਿੰਗ ਟੂ ਲੀਵ ਦ ਮੈਨ ਰੋਟ, ਜਾਣ ਤੋਂ ਪਹਿਲਾਂ ਉਸ ਇਨਸਾਨ ਨੇ ਨੋਟਪੈਡ ਦੇ ਉੱਪਰ ਕੁਛ ਲਿਖਿਆ, ਆਈ ਵਿਲ ਬੀ ਬੈਕ ਟੂ ਪਿਕ ਇਟ ਅਪ ਐਜ਼ ਸੂਨ ਐਜ਼ ਆਈ ਕੈਨ, ਮੈਰੀ ਕ੍ਰਿਸਮਸ। ਕਿ ਜਿੰਨੀ ਜਲਦੀ ਮੈਂ ਪੈਸੇ ਅਰੇਂਜ ਕਰ ਸਕਿਆ ਮੈਂ ਵਾਪਸ ਆਵਾਂਗੇ ਇਸ ਘੜੀ ਨੂੰ ਲੈਣ, ਮਤਲਬ ਤੁਹਾਡੇ ਪੈਸੇ ਵਾਪਸ ਕਰਕੇ ਜਾਵਾਂਗਾ। ਐਂਡ ਦੈਨ ਹੀ ਰਾਟ ਮੈਰੀ ਕ੍ਰਿਸਮਸ, ਅਤੇ ਉਸ ਤੋਂ ਬਾਅਦ ਉਹ ਮੈਰੀ ਕ੍ਰਿਸਮਸ ਲਿਖਦਾ ਹੈ, ਮਤਲਬ ਕਿ ਕ੍ਰਿਸਮਸ ਦੀਆਂ ਉਹਨਾਂ ਨੂੰ ਵਧਾਈਆਂ ਦਿੰਦਾ ਹੈ। ਦ ਲਿਟਲ ਸਟੋਰੀ ਐਂਡਡ ਔਨ ਦ ਹਾਫ ਆਰ ਵਿਦ ਦ ਕਲੌਕ ਸਟ੍ਰਿਕਿੰਗ ਆਲ ਟੂਗੈਦਰ। ਠੀਕ ਹੈ, ਇਹ ਜਿਹੜੀ ਸਟੋਰੀ ਹੈ ਅੱਧੇ ਘੰਟੇ ਦੇ ਵਿੱਚ ਖ਼ਤਮ ਹੋ ਜਾਂਦੀ ਹੈ, ਅਤੇ ਜਿਹੜੀਆਂ ਘੜੀ ਦੀਆਂ ਸੂਈਆਂ ਨੇ ਉਹ 12 ਵਜਾਉਂਦੀਆਂ ਨੇ, ਮਤਲਬ ਕਿ ਕ੍ਰਿਸਮਸ ਦੀ ਨਾਈਟ ਜਿਹੜੀ ਆ ਸ਼ੁਰੂ ਹੋ ਗਈ ਹੈ। ਦੋਨੇ ਜਿਹੜੇ ਆ ਉਹ ਖੁਸ਼ ਨੇਗੇ, ਮੈਸੇਜ ਇਹ ਦਿੱਤਾ ਗਿਆ ਹੈ। Okay, the timepieces which had been looked on silently all the while rang out the time with such feeling that even Ray thought he could hear them. Their sweet musical message was filled with hope. ਜਦੋਂ ਇਸ ਵਾਰ ਘੜੀ ਦੀਆਂ ਸੂਈਆਂ 12 ਦੇ ਆ ਕੇ ਰੁਕੀਆਂ ਨਾ, ਤਾਂ ਬਹੁਤ ਹੀ ਸੋਹਣਾ ਮਿਊਜ਼ਿਕ ਜਿਹੜਾ ਆ ਉਹਨੇ ਚਾਰੇ ਪਾਸੇ ਦਿੱਤਾ ਪੀਸ ਦਾ। ਠੀਕ ਹੈ, ਕਿ ਸਾਰੇ ਪਾਸੇ ਜਿਹੜੀ ਸ਼ਾਂਤੀ ਸੀ, ਜੋ ਇਨਸਾਨ ਕ੍ਰਾਈਮ ਕਰਨ ਲਈ ਆਇਆ ਉਸਨੇ ਕ੍ਰਾਈਮ ਨਹੀਂ ਕੀਤਾ, ਉਸਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਬਕ ਸਿੱਖਿਆ ਕਿ ਜ਼ਿੰਦਗੀ ਦੇ ਵਿੱਚ ਜੇ ਸਾਨੂੰ ਕੁਛ ਚਾਹੀਦਾ ਹੈ ਤਾਂ ਕਿਸੇ ਤੋਂ ਮੰਗ ਲੈਣਾ ਬਿਹਤਰ ਹੈ ਐਜ਼ ਕੰਪੇਅਰ ਟੂ ਕਿ ਤੁਸੀਂ ਰੋਬਰੀ ਕਰੋ। ਠੀਕ ਹੈ, ਦੋਨਾਂ ਦੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਸੀ। ਅਤੇ ਹੁਣ ਜਿਹੜੀ ਇਹ ਮਿਊਜ਼ੀਕਲ ਆਵਾਜ਼ ਸੀ ਜਿਹੜੀ ਕਿ ਉਹ ਘੜੀਆਂ ਦੇ ਵਿੱਚੋਂ ਆ ਰਹੀ ਸੀ, ਉਸ ਬੋਲੇ ਰੇ ਨੂੰ ਵੀ ਸੁਣ ਰਹੀ ਸੀ, ਕਿ ਉਹਨੂੰ ਬਿਲਕੁਲ ਨਹੀਂ ਸੁਣਦਾ। ਠੀਕ ਹੈ, ਰੇ ਕਹਿ ਰਿਹਾ ਕਿ ਮੈਨੂੰ ਉਹਦੇ ਫੇਸ ਦੀ ਸਮਾਈਲ, ਉਹਦੀਆਂ ਖੁਸ਼ੀਆਂ ਉਸ ਘੜੀ ਦੇ ਮਿਊਜ਼ੀਕਲ ਸਾਊਂਡ ਦੇ ਵਿੱਚੋਂ ਸੁਣਾਈ ਦੇ ਰਹੀਆਂ ਸੀ। ਦ ਟਾਈਮਲੈਸ ਮੈਸੇਜ ਆਫ ਪੀਸ ਔਨ ਅਰਥ goodwill towards all was felt by the three men who stood in the old clock shop. ਧਰਤੀ ਦੇ ਉੱਪਰ ਹਮੇਸ਼ਾ ਸ਼ਾਂਤੀ ਬਣਾਈ ਰੱਖਣ ਦਾ ਜਿਹੜਾ ਮੈਸੇਜ ਉਸ ਟਾਈਮ 'ਤੇ ਉਹ ਘੜੀਆਂ ਦੇ ਰਹੀਆਂ ਸੀ, ਉਸ ਨੂੰ ਉਹਨਾਂ ਤਿੰਨਾਂ ਇਨਸਾਨਾਂ ਨੇ ਮਹਿਸੂਸ ਕੀਤਾ। ਠੀਕ ਹੈ, ਚਾਹੇ ਕਿ ਉਹਨਾਂ ਨੇ ਕੋਈ ਗੱਲਬਾਤ ਬੋਲ ਕੇ ਨਹੀਂ ਕੀਤੀ, ਸਿਰਫ ਨੋਟਪੈਡ ਦੇ ਰਾਹੀਂ ਕੁਛ ਮੈਸੇਜਿਸ ਸ਼ੇਅਰ ਕੀਤੇ ਨੇ। ਠੀਕ ਹੈ, ਬਾਕੀ ਦੀਆਂ ਸਾਰੀਆਂ ਫੀਲਿੰਗਸ ਆਈ ਕੰਟੈਕਟ ਦੇ ਨਾਲ ਸ਼ੇਅਰ ਹੋ ਰਹੀਆਂ ਨੇ। ਠੀਕ ਹੈ, ਬੋਲਾ ਜਿਹੜਾ ਰੇ ਆ ਉਹ ਵੀ ਉਸਦੀ ਖੁਸ਼ੀ ਨੂੰ ਮਹਿਸੂਸ ਕਰ ਰਿਹਾ ਸੀ, ਚਾਹੇ ਕਿ ਕੋਈ ਬੋਲ ਨਹੀਂ ਰਿਹਾ ਸੀ। ਉਹ ਘੜੀਆਂ ਦੀ ਆਵਾਜ਼ ਜਿਹੜੀ ਆ ਉਹ ਉਸਨੂੰ ਬਹੁਤ ਹੀ ਮੈਲੋਡੀਅਸ ਲੱਗ ਰਹੀ ਸੀ। Okay, so this was a very interesting story. I hope you guys like it. So thank you very much for watching this video.